कृषि कानून पर सहमति न बन पाने की वजह से सरकार और किसान प्रतिनिधियों के बीच गतिरोध अब भी बरकरार है। सिंधु बॉर्डर पर एक बार फिर से एक प्रेस कॉन्फ्रेंस हुई और किसानों ने अपनी अगली रणनीति को जाहिर किया। इसी कड़ी में हमारे सहयोगी वरुण गोयल ने किसान नेता से खास बातचीत की। सरकार के प्रपोजल पर किसानों की बैठक खत्म हो चुकी है और उस बैठक के बाद क्या कुछ उसका मजमून है समझते हैं। सर, प्रपोजल भेजा सरकार ने, क्या कुछ बात बनी? देखो, प्रपोजल कुछ भी नया नहीं सी। कल रात अमित शाह नाल मीटिंग हुई। अमित शाह ने फिर वही पुरानियां गल्लां शुरू करतियां ਜਿਹੜੀਆਂ 5 ਮੀਟਿੰਗਾਂ 'ਚ ਜਿਹੜੀਆਂ 5 ਚਾਹ ਤੇ ਚਰਚਾ ਪਹਿਲੇ ਹੋ ਚੁੱਕੀ ਸੀ। ਕੱਲ 6ਵੀਂ ਚਾਹ ਤੇ ਚਰਚਾ ਬਣਾਤੀ। ਸਾਨੂੰ ਕਿਹਾ ਗਿਆ ਸੀ ਕਿ ਕੋਈ ਠੋਸ ਹੱਲ ਦੱਸਾਂਗੇ, ਕੋਈ ਗੱਲ ਹੋਏਗੀ। 13 ਜਥੇਬੰਦੀਆਂ ਦੇ ਸਾਡੇ ਨੁਮਾਇੰਦੇ ਉੱਥੇ ਗਏ, ਲੇਕਿਨ ਉਹਨਾਂ ਨੇ ਫਿਰ ਉਹੀ ਗੱਲ ਕੀਤੀ ਕਿ ਕੋਈ ਨਾ ਕੋਈ ਤੁਹਾਡੇ 'ਚ ਕੋਈ ਇਹਨੇ ਸੰਸ਼ੋਧਨ ਕਰ ਦਿੰਨੇ ਆ, ਕੋਈ ਨਾ ਕੋਈ ਬਹਿ ਕੇ ਗੱਲ ਕਰ ਲੈਂਦੇ ਆ, ਕੋਈ ਵਿੱਚ ਦਾ ਰਸਤਾ ਕੱਢ ਲੈਂਦੇ ਆ। ਲੇਕਿਨ ਸਾਡੇ ਜਿਹੜੇ ਆਗੂ ਗਏ ਸੀ, ਸਾਡੇ ਜਥੇਬੰਦੀਆਂ ਦੇ ਲੀਡਰ ਗਏ ਸੀ, ਅਸੀਂ ਸਾਰਿਆਂ ਨੇ ਇੱਕ ਜੁੱਟ ਇੱਕ ਸੁਰ ਫੈਸਲਾ ਲਿਆ ਕਿ ਸਾਨੂੰ 3 ਕਾਲੇ ਕਾਨੂੰਨ ਰੱਦ ਚਾਹੀਦੇ ਆ, ਇਸ ਤੋਂ ਇਲਾਵਾ ਸਾਨੂੰ ਕੁਝ ਮਨਜ਼ੂਰ ਨਹੀਂ। ਉਸ ਤੋਂ ਬਾਅਦ ਮੀਟਿੰਗ ਖਤਮ ਹੋ ਗਈ, ਅਸੀਂ ਵਾਪਸ ਆ ਗਏ। ਲੇਕਿਨ ਵਾਪਸ ਆਉਣ ਤੋਂ ਪਹਿਲੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਸਵੇਰੇ ਇੱਕ ਨਵਾਂ ਪ੍ਰਪੋਜ਼ਲ ਬਣਾ ਕੇ ਭੇਜਾਂਗੇ, ਸਵੇਰੇ 11 ਵਜੇ ਤੁਹਾਡੇ ਸਾਹਮਣੇ। ਜਦੋਂ ਸਰਕਾਰੀ ਨੁਮਾਇੰਦੇ ਆਏ ਲਗਭਗ 2 ਵਜੇ ਉਹ ਪ੍ਰਪੋਜ਼ਲ ਲੈ ਕੇ ਆਏ ਹੈ। ਉਸ ਤੋਂ ਬਾਅਦ ਸਾਡੀ ਮੀਟਿੰਗ ਹੋਈ ਹੈ, ਇੱਕ ਪੁਆਇੰਟ ਤੇ ਇੱਕ ਬਿੰਦੂ ਤੇ ਅਸੀਂ ਚਰਚਾ ਕੀਤੀ ਹੈ ਔਰ ਸਮੂਹਿਕ ਜਥੇਬੰਦੀਆਂ ਨੇ। ਮੇਰੇ ਖਿਆਲ ਨਾਲ ਇਹ ਵੀ ਇੱਕ ਨਵਾਂ ਮਤਲਬ ਇਤਿਹਾਸ ਹੋਏਗਾ ਜਦੋਂ ਪੂਰੇ ਦੇਸ਼ ਦਾ ਕਿਸਾਨ ਇਕਜੁੱਟ ਤੇ ਇੱਕ ਸੁਰ ਆ। ਪੂਰੇ ਦੇਸ਼ ਦੇ ਕਿਸਾਨਾਂ ਨੇ ਸਾਫ਼ ਤੌਰ ਤੇ ਹੱਥ ਚੁੱਕ ਕੇ ਆਮ ਸਹਿਮਤੀ ਨਾਲ ਮਤਲਬ ਜਿੰਨੇ ਵੀ ਸੰਗਠਨ ਸੀ ਉਹਨਾਂ ਨੇ ਕਿਹਾ ਅਸੀਂ ਇਹਦੇ ਤੇ ਚਰਚਾ ਵੀ ਨਹੀਂ ਕਰਨੀ, ਇਹਨਾਂ ਨੂੰ ਰੱਦ ਕਰਨਾ ਪਏਗਾ। ਤਿੰਨੋਂ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ ਔਰ ਇਹ ਕਾਲੇ ਕਾਨੂੰਨ ਜਦੋਂ ਤੱਕ ਇਹ ਵਾਪਸ ਨਹੀਂ ਲੈਣਗੇ ਅਸੀਂ ਅੱਗੋਂ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕਰਾਂਗੇ। बातचीत डिरेल हो गई है। ਬਿਲਕੁਲ ਬਾਤਚੀਤ ਅਸੀਂ ਬੰਦ ਕਰਤੀ। ਅਸੀਂ ਵਾਰ-ਵਾਰ ਚਾਹ ਤੇ ਚਰਚਾ ਨਹੀਂ ਕਰ ਸਕਦੇ। ਅਸੀਂ ਬਿਲਕੁਲ ਹੁਣ ਉਦੋਂ ਜਾਵਾਂਗੇ ਜਦੋਂ ਸਾਡੇ ਕੋਲ ਲਿਖਤ ਵਿੱਚ ਆ ਜਾਏਗਾ ਕਿ ਅਸੀਂ ਕਾਨੂੰਨ ਰੱਦ ਕਰ ਦਿੱਤੇ ਹੈ, ਹੁਣ ਤੁਸੀਂ ਆ ਜਾਓ, ਇਹਨੂੰ ਅਮਲੀ ਜਾਵਾਂ ਕਿਵੇਂ ਪਹਿਨਾਇਆ ਜਾਏ, ਉਦੋਂ ਅਸੀਂ ਜਾਵਾਂਗੇ, ਉਸ ਤੋਂ ਬਿਨਾਂ ਨਹੀਂ ਜਾਵਾਂਗੇ। अब आपका जो ये आंदोलन है, एजिटेशन है, इसकी स्ट्रैटेजी क्या है? ਅੱਜ ਹੁਣੇ ਸਾਰੀ ਸਮੂਹਿਕ ਜਥੇਬੰਦੀਆਂ ਨੇ ਇੱਕ ਤੌਰ ਤੇ ਫੈਸਲਾ ਲਿਆ ਕਿ ਹੁਣ ਇਸ ਅੰਦੋਲਨ ਨੂੰ ਹੋਰ ਸਖਤ ਕੀਤਾ ਜਾਵੇਗਾ। ਜਿਹੜੇ ਪੂਰੇ ਦੇਸ਼ ਵਿੱਚ ਫੈਲਾਉਣ ਦਾ ਕੰਮ ਕੀਤਾ ਜਾਏਗਾ, ਇਸ ਅੰਦੋਲਨ ਨੂੰ ਪੰਜਾਬ, ਹਰਿਆਣਾ, ਹਿਮਾਚਲ, ਉੱਤਰਾਖੰਡ, ਮੱਧ ਪ੍ਰਦੇਸ਼, ਰਾਜਸਥਾਨ ਤੋਂ ਇਲਾਵਾ ਜਿਹੜੇ ਹੋਰ ਦੇਸ਼ ਦੇ ਸਾਊਥ ਦੇ ਸੂਬੇ ਹੈ, ਈਸਟ ਦੇ ਸੂਬੇ ਹੈ, ਜਿਹੜੇ ਉਹਨਾਂ ਤੱਕ ਪਹੁੰਚਾਇਆ ਜਾਏਗਾ। ਉਹਦੇ ਬਾਰੇ ਹੁਣ ਅਸੀਂ ਨਵੀਆਂ ਰਣਨੀਤੀਆਂ ਬਣਾਈਆਂ ਨੇ। 14 ਤਰੀਕ ਨੂੰ ਇੱਕ ਜਿਹੜੇ ਇਹ ਆਸ-ਪਾਸ ਦੇ ਏਰੀਏ ਨੇ, ਕਿਉਂਕਿ ਸਾਡੀ ਸਭ ਤੋਂ ਵੱਡੀ ਕਾਲ ਹੈ ਦਿੱਲੀ ਚੱਲੋ ਦੀ ਕਾਲ ਤੋਂ ਇਲਾਵਾ ਜਿਹੜੇ ਸਾਊਥ ਦੇ ਏਰੀਆਜ਼ ਨੇ ਉੱਥੇ ਇੱਕ ਦਿਨ ਦਾ ਪ੍ਰਦਰਸ਼ਨ, ਇੱਕ ਦਿਨ ਦਾ ਭੁੱਖ ਹੜਤਾਲ ਹੋਏਗੀ ਔਰ ਉਹਨਾਂ ਨੂੰ ਵੀ ਅਸੀਂ ਵਾਰੀ ਸਿਰ ਕਵਾਂਗੇ ਕਿ ਦਿੱਲੀ ਆਉਣ ਦੀ ਕੋਸ਼ਿਸ਼ ਕਰਨ। 12 ਤਰੀਕ ਨੂੰ ਅਸੀਂ ਪੂਰੇ ਹਿੰਦੁਸਤਾਨ ਵਿੱਚ ਟੋਲ ਫ੍ਰੀ ਕਰਨ ਦੀ ਵੀ ਗੱਲ ਕਹੀ ਹੈ। लेकिन क्या आप लोग दिल्ली के और बॉर्डर्स पे भी बैठेंगे या दिल्ली में एंटर करने की कॉल है, क्या प्लान? हाँ, पूरी रणनीति बनी है जी। ਅਸੀਂ ਦਿੱਲੀ ਨੂੰ ਜਿੱਥੋਂ ਜਿਹੜੇ ਹਜੇ 1 ਜਾਂ 2 ਰਸਤੇ ਖੁੱਲੇ ਆ, ਅਸੀਂ ਅਗਲੇ 2 ਜਾਂ 3 ਦਿਨਾਂ 'ਚ ਉਹਨਾਂ ਨੂੰ ਬੰਦ ਕਰ ਦਾਂਗੇ। ਕਿਉਂਕਿ ਰਾਜਸਥਾਨ ਦਾ ਜਿਹੜਾ ਰਸਤਾ ਖੁੱਲਿਆ ਆ, ਵਾਰ-ਵਾਰ ਗੱਲ ਆ ਰਹੀ ਹੈ ਕਿਉਂਕਿ ਉੱਥੇ ਪੰਚਾਇਤ ਚੁਣਾਵ ਸੀ ਤੁਹਾਡੇ ਸਾਹਮਣੇ। ਅੱਜ ਉਹ ਪੰਚਾਇਤ ਚੁਣਾਵ ਖਤਮ ਹੋ ਗਏ ਨੇ, ਉਹਨਾਂ ਦੇ ਰਿਜ਼ਲਟ ਆ ਗਏ ਨੇ। ਸਾਡੇ ਸਾਰੇ ਸਾਥੀ 11 ਤਰੀਕ ਨੂੰ ਉੱਧਰੋਂ ਤੁਰਨਗੇ ਔਰ 12 ਤਰੀਕ ਨੂੰ ਉਮੀਦ ਕਰਨੇ ਆ ਕਿ ਅਸੀਂ ਪੂਰੀ ਦਿੱਲੀ ਨੂੰ ਚਾਰੋਂ ਤਰਫੋਂ ਬੰਦ ਕਰ ਦਾਂਗੇ। डेडलॉक कैसे खत्म होगा? ਇਹ ਤਾਂ ਸਰਕਾਰ ਦੇ ਉੱਤੇ ਹੈ ਜੀ। ਇਹ ਜਨਤਾ ਨੇ ਸਰਕਾਰ ਨੂੰ ਬਣਾਇਆ, ਸਰਕਾਰ ਨੇ ਜਨਤਾ ਨੂੰ ਨਹੀਂ ਬਣਾਇਆ ਹੋਇਆ। ਅਸੀਂ ਵਾਰ-ਵਾਰ ਸਰਕਾਰ ਤੋਂ ਡਿਮਾਂਡ ਕਰ ਰਹੇ ਕਿ ਸਾਨੂੰ ਤੁਹਾਡੇ ਦਿੱਤੇ ਹੋਏ ਗਿਫਟ ਨਹੀਂ ਚਾਹੀਦੇ, ਤੁਸੀਂ ਇਹ ਗਿਫਟ ਵਾਪਸ ਲਿਓ। ਮੈਨੂੰ ਉਮੀਦ ਹੈ ਕਿ ਜਿਵੇਂ ਦੇ ਕੜੇ ਫੈਸਲੇ ਕਿਸਾਨਾਂ ਨੇ ਲਏ ਨੇ, ਜਿਵੇਂ ਪੂਰੇ ਦੇਸ਼ ਵਿੱਚ ਇਹ ਅੰਦੋਲਨ ਦਾ ਉਭਾਰ ਹੋ ਰਿਹਾ ਹੈ ਔਰ ਪੂਰਾ ਦੇਸ਼ ਹੁਣ ਦਿੱਲੀ ਨੂੰ ਅਗਲੇ 3-4 ਦਿਨਾਂ 'ਚ ਵਧਣ ਨੂੰ ਤਿਆਰ ਆ, ਇਹ ਸਰਕਾਰ ਨੂੰ ਝੁਕਣਾ ਪਏਗਾ ਔਰ ਇਹ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ। आप सुन रहे थे, तो ये किसानों की एक आगे किसान नेताओं की स्ट्रैटेजी है आगे इस पूरे मामले में बढ़ने के लिए। कैमरामैन आदित्य पढ़ने के साथ वरुण गोयल, एमएच प्राइम, सिंघू बॉर्डर।